ਅਮਰਦਾਸ ਪਗਬੰਦ ਰਾਮਦਾਸ ਹਰਿਜਨ ਗੁਰੂ ਬਾਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪੁੰਨ ਕੇਤਿਕ ਦਿਨ ਭਏ ਬਤੀਤ ਨਿਜ ਤਨ ਤਜਨ ਵਿਚਾਰਤ ਚੀਤ। ਪੁੰਨ ਕੇਤਿਕ ਦਿਨ ਭਏ ਬਤੀਤ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸੰਗਤ ਜੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਹਜ਼ੂਰ ਮਹਾਰਾਜ ਕਿਵੇਂ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਉਹਨਾਂ ਨੂੰ ਆਪਣੇ ਪਾਸ ਰੱਖਦੇ ਹਨ। ਗੁਰਤਾ ਗੱਦੀ ਦੇਣ ਦਾ ਫੁਰਨਾ ਮਹਾਰਾਜ ਇਹ ਬਣਾਉਂਦੇ ਆ ਕਿ ਗੁਰਤਾ ਗੱਦੀ ਅਸੀਂ ਆਪਣੇ ਪੋਤਰੇ ਨੂੰ ਬਖਸ਼ਿਸ਼ ਕਰਨੀ ਹੈ। ਜੋ ਬਾਗ ਦੇ ਵਿੱਚ ਘਟਨਾ ਵਰਤੀ ਹੈ ਸਾਧ ਸੰਗਤ ਜੀ ਉਹ ਕੱਲ੍ਹ ਆਪ ਜੀ ਨੇ ਸਰਵਣ ਕੀਤੀ ਹੈ। ਮਹਾਰਾਜ ਜੀ ਬਾਗ ਵੇਖ ਰਹੇ ਹਨ, ਤਰ੍ਹਾਂ ਤਰ੍ਹਾਂ ਦੇ ਰੁੱਖ ਹਨ, ਕਈ ਤਰ੍ਹਾਂ ਦੇ ਫੁੱਲ ਹਨ। ਮਹਾਰਾਜ ਜੀ ਸਾਰੇ ਫੁੱਲਾਂ ਦੀ ਤਾਰੀਫ ਕਰਦੇ ਹੋਏ ਅੱਗੇ ਵਧੇ ਹਨ। ਹਰਰਾਏ ਸਾਹਿਬ ਜੀ ਥੋੜ੍ਹਾ ਪਿੱਛੇ ਸਨ, ਤੇਜ਼ੀ ਦੇ ਨਾਲ ਆਪਣੇ ਦਾਦਾ ਸਤਿਗੁਰੂ ਜੀ ਦੇ ਕੋਲ ਜਾਣਾ ਚਾਹੁੰਦੇ ਹਨ। ਜਦੋਂ ਤੇਜ਼ੀ ਦੇ ਨਾਲ ਤੁਰੇ ਹਨ 100 ਕਲੀਆਂ ਵਾਲਾ ਲੰਮਾ ਚੋਲਾ ਪਾਇਆ ਸੀ ਗਲ ਵਿੱਚ। ਹਵਾ ਤੇਜ਼ ਆਉਣ ਕਰਕੇ ਉਹ ਚੋਲਾ ਜਿਹੜਾ ਸੀ ਉਹ ਖੁੱਲ੍ਹਿਆ ਅਤੇ ਉਹ ਚੋਲਾ ਇੱਕ ਫੁੱਲ ਨੂੰ ਜਾ ਲੱਗਾ। ਜਦੋਂ ਚੋਲੇ ਨੂੰ ਖਿੱਚਿਆ ਅਤੇ ਫੁੱਲ ਜਿਹੜਾ ਸੀ ਉਹ ਟੁੱਟ ਕੇ ਧਰਤੀ 'ਤੇ ਡਿੱਗ ਗਿਆ। ਮਹਾਰਾਜ ਕੁਝ ਸਮਾਂ ਬਾਗ ਵਿੱਚ ਬੈਠੇ ਬਚਨ ਵਿਲਾਸ ਕੀਤੇ। ਜਦੋਂ ਸੱਚੇ ਪਾਤਸ਼ਾਹ ਬਾਗ ਵਿੱਚੋਂ ਵਾਪਸ ਆ ਰਹੇ ਹਨ ਮਹਾਰਾਜ ਉਸ ਫੁੱਲ ਦੇ ਕੋਲ ਖਲੋ ਗਏ।
ਸਭ ਨੂੰ ਪੁੱਛਿਆ ਵੀ ਇਹ ਫੁੱਲ ਵੇਖੋ, ਪਹਿਲਾਂ ਇਉਂ ਸੀ ਜਿਵੇਂ ਖਿੜਿਆ ਹੋਇਆ ਚਿਹਰਾ ਹੋਵੇ, ਹੁਣ ਇਹ ਟੁੱਟ ਗਿਆ ਤੇ ਕੁਝ ਸਮੇਂ ਬਾਅਦ ਇਹਨੇ ਇਉਂ ਹੋ ਜਾਣਾ ਜਿਵੇਂ ਦੁਖੀ ਚਿਹਰਾ ਹੁੰਦਾ ਹੈ। ਮਹਾਰਾਜ ਕਹਿੰਦੇ ਭਾਈ ਇਹ ਫੁੱਲ ਕਿਹਨੇ ਤੋੜਿਆ? ਤੇ ਸਾਧ ਸੰਗਤ ਜੀ, ਸਿੱਖ ਇੱਕ ਹੱਥ ਜੋੜ ਕੇ ਮਹਾਰਾਜ ਨੂੰ ਦੱਸਦਾ, ਸੱਚੇ ਪਾਤਸ਼ਾਹ ਹਰਿਰਾਏ ਸਾਹਿਬ ਜੀ ਆਪ ਜੀ ਤੋਂ ਪਿੱਛੇ ਰਹਿ ਗਏ ਸਨ। ਆਪ ਜੀ ਦੇ ਪਾਸ ਜਾਣ ਵਾਸਤੇ ਜਦੋਂ ਇੱਥੋਂ ਤੇਜ਼ੀ ਦੇ ਨਾਲ ਲੰਘੇ ਆ, ਉਹਨਾਂ ਦੇ ਚੋਲੇ ਦੇ ਨਾਲ ਲੱਗ ਕੇ ਇਹ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇਹ ਬਚਨ ਉਚਾਰਿਆ। ਮਹਾਰਾਜ ਕਹਿੰਦੇ ਭਾਈ ਜੇ ਚੋਲਾ ਵੱਡਾ ਪਾਈਏ ਨਾ ਤੇ ਫਿਰ ਸਾਂਭ ਕੇ ਤੁਰੀਦਾ, ਫਿਰ ਸੰਭਲ ਕੇ ਤੁਰੀਦਾ। ਇਹਨੂੰ ਕਿਉਂ ਨਹੀਂ ਤੁਸੀਂ ਸੰਭਲ ਕੇ ਤੁਰੇ? ਗੁਰਮੁਖ ਦਾ ਕੰਮ ਹੁੰਦਾ ਹੈ ਜੋੜਨਾ, ਗੁਰਮੁਖ ਦਾ ਕੰਮ ਤੋੜਨਾ ਨਹੀਂ ਹੁੰਦਾ। ਇਸ ਤਰ੍ਹਾਂ ਦੇ ਬਚਨ ਕੀਤੇ। ਗੁਰੂ ਹਰਿਰਾਏ ਸਾਹਿਬ ਜੀ ਇੰਨੇ ਗਹਿਰ ਗੰਭੀਰ ਅਵਸਥਾ ਵਾਲੇ ਸਨ। ਸਾਧ ਸੰਗਤ ਜੀ, ਉਹ ਬਚਨ ਸੀਖ ਪਿਤਾਮੇ ਕੀ ਕਬਹੂ ਨਾ ਵਿਸਾਰੀ, ਆਪਣੇ ਦਾਦਾ ਜੀ ਦੀ ਉਹ ਸਿੱਖਿਆ ਫਿਰ ਕਦੀ ਵੀ ਨਾ ਭੁਲਾਈ। ਤਾ ਉਮਰ ਜਿੰਨੀ ਆਰਜੂ ਗੁਰੂ ਹਰਿਰਾਏ ਸਾਹਿਬ ਜੀ ਦੇ ਸਰੀਰ ਦੀ ਸੀ ਨਾ, ਸਾਧ ਸੰਗਤ ਜੀ, ਮਹਾਰਾਜ ਓਨੀ ਉਮਰ ਹੀ ਆਪਣੇ ਚੋਲੇ ਨੂੰ ਸਾਂਭ ਕੇ ਤੁਰਦੇ ਰਹੇ ਹਨ। ਕਿਵੇਂ ਸਤਿਗੁਰਾਂ ਦੇ ਬਚਨ ਨੂੰ ਹਿਰਦੇ ਵਿੱਚ ਵਸਾਉਣਾ ਤੇ ਬਚਨਾਂ ਦੀ ਕਮਾਈ ਫਿਰ ਕਿਵੇਂ ਕਰਨੀ ਹੈ, ਇਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਪਤਾ ਲੱਗਦਾ। ਭਾਈ ਸੰਤੋਖ ਸਿੰਘ ਜੀ ਅੱਗੋਂ ਫਿਰ ਕਾਵਿ ਰੂਪ ਵਿੱਚ ਹੀ ਪ੍ਰਮਾਣ ਦਿੰਦੇ ਆ, ਉਹ ਆਪ ਜੀ ਸਰਵਣ ਕਰੋ। ਭਾਈ ਸਾਹਿਬ ਦੱਸਦੇ ਹਨ, ਕਹਿੰਦੇ ਹਨ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਗੁਰੂ ਅੰਗਦ ਸਾਹਿਬ ਜੀ ਨੇ ਕਿਵੇਂ ਕੀਤੀ। ਪਰਮੇਸ਼ਰ ਜਾਣ ਕੇ ਸੇਵਾ ਕੀਤੀ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਪਰਮੇਸ਼ਰ ਜਾਣ ਕੇ ਕੀਤੀ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਤੁਰ ਰਹੇ ਸਨ ਤੇ ਗੁਰੂ ਅਮਰਦਾਸ ਸਾਹਿਬ ਪਿੱਛੇ ਪਿੱਛੇ ਤੁਰ ਰਹੇ ਸਨ। ਮਹਾਰਾਜ ਕਹਿਣ ਲੱਗੇ ਤੁਸੀਂ ਸਾਡੇ ਬਰਾਬਰ ਹੋ ਕੇ ਤੁਰੋ, ਫਿਰ ਵੀ ਸੰਕੋਚ ਕੇ ਤੁਰਦੇ ਹਨ। ਜਦੋਂ ਵੱਡੀਆਂ ਹਸਤੀਆਂ ਦੇ ਨਾਲ ਤੁਰੀਏ ਨਾ ਤੇ ਤੁਰਨ ਦੀ ਜਾਂਚ ਹੋਣੀ ਚਾਹੀਦੀ ਹੈ। ਨਾਲ ਤੁਰਨਾ ਕਿਵੇਂ ਹੈ? ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਬਹੁਤ ਨਿਮਰਤਾ ਤੇ ਭੈ ਭਾਵਨਾ ਦੇ ਵਿੱਚ ਤੁਰ ਰਹੇ ਹਨ। ਸਾਰਾ ਕੁਝ ਹੀ ਸਿੱਖ ਨੇ ਸਿੱਖਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾ ਰਹੇ ਹੋਣ ਤੇ ਸਿੱਖ ਨਾਲ ਹੀ ਆਪਣੀ ਗੱਡੀ ਖਿੱਚ ਕੇ ਅੱਗੇ ਲੰਘ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾ ਰਹੇ ਹੋਣ, ਸਿੱਖ ਮੋਟਰਸਾਈਕਲ ਤੇ ਹੋਵੇ ਤੇ ਮੋਟਰਸਾਈਕਲ ਦੜਾ ਕੇ ਅੱਗੇ ਚਲੇ ਜਾਵੇ। ਸਾਧ ਸੰਗਤ ਜੀ, ਇਹ ਗੁਰੂ ਕੇ ਸਿੱਖ ਦਾ ਕਰਮ ਨਹੀਂ ਹੈ। ਇਹਨੂੰ ਬੜੇ ਧਿਆਨ ਨਾਲ ਇਹ ਗੱਲ ਸੁਣਨੀ ਹੈ ਤੁਸੀਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨਾਲ ਨਾਲ ਤੁਰ ਰਹੇ ਤੇ ਜਦੋਂ ਅਸੀਂ ਤੁਰੀਏ ਤੇ ਬਾਹਾਂ ਅੱਗੇ ਪਿੱਛੇ ਤਾਂ ਹੁੰਦੀਆਂ ਹੀ ਹੈ। ਜਿਹੜੀ ਖੱਬੀ ਬਾਂਹ ਸੀ ਨਾ, ਉਹ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਗੁਰੂ ਅੰਗਦ ਦੇਵ ਜੀ ਦੇ ਸਰੀਰ ਤੋਂ ਅੱਗੇ ਲੰਘ ਗਈ। ਮਨ ਵਿੱਚ ਇੰਨਾ ਜ਼ਿਆਦਾ ਫੁਰਨਾ ਆਇਆ ਵੀ ਵੇਖੋ ਮੇਰੀ ਬਾਂਹ ਨੇ ਬੇਅਦਬੀ ਕੀਤੀ ਹੈ ਗੁਰੂ ਸਾਹਿਬ ਜੀ ਦੀ। ਇਹ ਮੇਰੀ ਬਾਂਹ ਸਤਿਗੁਰੂ ਜੀ ਤੋਂ ਅੱਗੇ ਲੰਘੀ ਹੈ ਤੇ ਇਹ ਫੁਰਨਾ ਬਣਾਇਆ ਵੀ ਇਹ ਬਾਂਹ ਹੀ ਵੱਢ ਦੇਣੀ ਹੈ। ਇੱਥੋਂ ਤੱਕ ਆ ਗਿਆ ਵੀ ਇਸ ਬਾਂਹ ਨੇ ਬੇਅਦਬੀ ਕੀਤੀ ਹੈ। ਫਿਰ ਮਨ 'ਚ ਸੋਚਿਆ ਵੀ ਮਹਾਰਾਜ ਕੀ ਕਹਿਣਗੇ। ਆਪਣੀ ਬਾਂਹ ਛਾਤੀ ਦੇ ਨਾਲ ਲਾ ਲਈ। ਕਈ ਦਿਨ ਉਸ ਬਾਂਹ ਤੋਂ ਕੰਮ ਹੀ ਨਹੀਂ ਲਿਆ ਕਿ ਇਸ ਬਾਂਹ ਨੇ ਬੇਅਦਬੀ ਕੀਤੀ ਹੈ। ਕਿੰਨਾ ਸਤਿਕਾਰ ਗੁਰੂ ਸਾਹਿਬ ਜੀ ਦਾ। ਬਹੁਤ ਕੁਝ ਸਿੱਖਣ ਦੀ ਲੋੜ ਹੁੰਦੀ ਹੈ। ਵੱਡਿਆਂ ਦੇ ਲਾਗੇ ਬੈਠਣਾ ਕਿਵੇਂ ਹੈ, ਵੱਡਿਆਂ ਦੇ ਲਾਗੇ ਤੁਰਨਾ ਕਿਵੇਂ ਹੈ। ਫਿਰ ਸੱਚੇ ਪਾਤਸ਼ਾਹ ਤੇ ਵੱਡਿਆਂ ਤੋਂ ਵੀ ਵੱਡੇ ਹਨ। ਗੁਰੂ ਸਾਹਿਬ ਜੀ ਦੇ ਲਾਗੇ ਤਾਂ ਬਹੁਤ ਹੀ ਸਤਿਕਾਰ ਦੇ ਨਾਲ ਤੁਰਨਾ ਚਾਹੀਦਾ। ਕਦੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਸਾਧ ਸੰਗਤ ਜੀ ਵਾਧੂ ਘਾਟੂ ਬਚਨ ਨਹੀਂ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਹਨ, ਸਾਡੇ ਮਾਲਕ ਹਨ। ਜਿਵੇਂ ਗੁਰੂ ਸਾਹਿਬ ਪ੍ਰਤੱਖ ਸਰੀਰ ਕਰਕੇ ਬੈਠੇ ਹੋਣ ਤੇ ਅਸੀਂ ਵਾਧੂ ਘਾਟੂ ਗੱਲ ਨਹੀਂ ਕੋਈ ਕਰਦੇ।
ਕੋਈ ਸਿਆਣਾ ਵੀ ਬੈਠਾ ਹੋਵੇ। ਤੇ ਮਹਾਰਾਜ ਗਰੀਬ ਨਵਾਜ ਫਿਰ ਬੜੇ ਦਿਆਲੂ ਹਨ, ਬੜੇ ਕਿਰਪਾਲੂ ਹਨ। ਬੜਾ ਕੁਝ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਬਾਂਹ ਨੂੰ ਨਾ ਆਪਣੀ ਛਾਤੀ ਨਾਲ ਲਾ ਲਿਆ ਤੇ ਕਈ ਸਮਾਂ ਫਿਰ ਕਈ ਦਿਨ ਉਹ ਬਾਂਹ ਲਾਈ ਰੱਖੀ। ਤੇ ਜਿਸ ਅੰਗ ਤੋਂ ਕੰਮ ਨਾ ਲਈਏ ਸਾਧ ਸੰਗਤ ਜੀ, ਉਹ ਅੰਗ ਕਮਜ਼ੋਰ ਪੈ ਜਾਂਦਾ ਹੈ। ਮਹਾਰਾਜ ਜੀ ਦੀ ਬਾਂਹ ਫਿਰ ਜਿਹੜੀ ਹੈ ਕਮਜ਼ੋਰ ਪੈ ਗਈ ਸੀਗੀ। ਪਰ ਇਸੇ ਗੱਲ ਨੂੰ ਹੀ ਚੇਤੇ ਵਿੱਚ ਰੱਖਿਆ ਕਿ ਇਹ ਬਾਂਹ ਜਿਹੜੀ ਹੈ ਇਹ ਗੁਰੂ ਸਾਹਿਬ ਜੀ ਤੋਂ ਅੱਗੇ ਲੰਘੀ ਹੈ। ਸੋ ਇੰਨਾ ਸਤਿਕਾਰ ਚਾਹੀਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਗੁਰੂ ਕਿਰਪਾ ਕਰੇ ਸਾਨੂੰ ਇਹ ਜਾਚ ਆਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੈਠਣਾ ਕਿਵੇਂ ਹੈ। ਸਾਨੂੰ ਇਹ ਜਾਚ ਆਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਤੁਰਨਾ ਕਿਵੇਂ ਹੈ। ਜੇ ਇਹ ਸਭ ਕੁਝ ਨਹੀਂ ਆਇਆ ਤੇ ਮਾਫ ਕਰਿਓ, ਜੀਵਨ ਭੈ ਭਾਵਨਾ ਵਾਲਾ ਨਹੀਂ ਬਣੇਗਾ। ਜੀਵਨ ਭੈ ਭਾਵਨਾ ਵਾਲਾ ਗੁਰੂ ਕਿਰਪਾ ਕਰੇ ਉਹ ਸਾਡਾ ਬਣੇ। ਇੱਕ ਗੱਲ ਚੇਤਾ ਰੱਖਿਓ, ਤੁਸੀਂ ਜਿੰਨਾ ਮਹਾਰਾਜ ਦਾ ਸਤਿਕਾਰ ਕਰੋਗੇ ਨਾ ਤੁਹਾਨੂੰ ਓਨਾ ਹੀ ਫਲ ਮਿਲਣਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਔਰ ਇਹ ਨਹੀਂ ਹੈ ਵੀ ਇਹ ਗਿਆਨੀ ਕਥਾ ਕਰ ਰਿਹਾ ਤੇ ਗਿਆਨੀ ਦੇ ਸਾਹਮਣੇ ਸਤਿਕਾਰ ਕਰੋ ਤੇ ਮਗਰੋਂ ਫਿਰ ਉਹੀ ਹਾਲਤ ਦੁਬੜੂ ਕੁਸੜੂ। ਨਹੀਂ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਸਤਿਕਾਰ ਕਰੋਗੇ, ਜਿੰਨੀ ਭਾਵਨਾ ਰੱਖਾਂਗੇ, ਉਹਨਾਂ ਕੋ ਫਲ ਮਿਲੀ ਜਾਏਗਾ। ਮੈਂ ਆਪਦੇ ਵਿਦਿਆ ਦਾਤੇ ਦਾ ਬਚਨ ਆਪ ਜੀ ਨੂੰ ਬਹੁਤ ਵਾਰ ਸੁਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕੀਤੀ ਲਗਭਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਕੋਲੋਂ। ਤੇ ਜਦੋਂ ਅਸੀਂ ਪੋਥੀਆਂ ਪ੍ਰਕਾਸ਼ ਕਰਕੇ ਬੈਠਣਾ ਨਾ ਰੋਜ਼, ਉਹਨਾਂ ਨੇ ਕਹਿਣਾ ਤੁਸੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋਗੇ ਦੁਨੀਆ ਉਹਨਾਂ ਤੁਹਾਡਾ ਸਤਿਕਾਰ ਕਰੇਗੀ। ਤੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬਹਿਣਾ ਨਹੀਂ ਆਉਂਦਾ, ਤੁਰਨਾ ਨਹੀਂ ਆਉਂਦਾ, ਤੇ ਫਿਰ ਮਾਫ ਕਰਿਓ ਉਹ ਬੰਦਾ ਕਵੇ ਜੀ ਵੇਖੋ ਸਾਡਾ ਸਤਿਕਾਰ ਨਹੀਂ ਹੁੰਦਾ। ਸਤਿਕਾਰ ਕਿੱਥੋਂ ਹੋਣਾ ਹੈ ਭਾਈ। ਮਹਾਰਾਜ ਗੁਰੂ ਸਾਹਿਬ ਦਾ ਬਹੁਤ ਅਦਬ ਕਰਦੇ। ਗੁਰੂ ਹਰਿਰਾਏ ਸਾਹਿਬ ਜੀ ਗੁਰੂ ਸਾਹਿਬ ਦਾ ਬਹੁਤ ਅਦਬ ਕਰਦੇ। ਸਭ ਤੋਂ ਵੱਡਾ ਅਦਬ ਕੀ ਹੈ? ਗੁਰੂ ਜੀ ਦਾ ਬਚਨ ਮੰਨਣਾ। ਤੁਧਨੋਂ ਨਿਵਣ ਮੰਨਣ ਤੇਰਾ ਨਾਉ। ਇੱਕ ਨਹੀਂ ਬੜੀਆਂ ਸਾਖੀਆਂ ਹਨ ਸਾਧ ਸੰਗਤ ਜੀ, ਬੜੇ ਪ੍ਰਮਾਣ ਹਨ ਜਿਨ੍ਹਾਂ ਵਿੱਚ ਐਸੇ ਬਚਨ ਆਉਂਦੇ ਹਨ। ਸੱਚੇ ਪਾਤਸ਼ਾਹ ਕਿੰਨਾ ਸਤਿਕਾਰ ਕਰਦੇ ਹਨ, ਕਿੰਨੀ ਭੈ ਭਾਵਨੀ ਰੱਖਦੇ ਹਨ। ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਅਸੀਂ ਸਿੱਖ ਹਾਂ, ਸਿੱਖ ਬਣ ਕੇ ਰਹੀਏ। ਗੁਰੂ ਗ੍ਰੰਥ ਸਾਹਿਬ ਗੁਰੂ ਹਨ, ਉਹਨਾਂ ਨੂੰ ਗੁਰੂ ਸਾਹਿਬਾਨ ਵਾਲਾ ਸਤਿਕਾਰ ਦਈਏ। ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਹਰ ਸਾਲ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। 418ਵਾਂ ਪ੍ਰਕਾਸ਼ ਪੁਰਬ ਹੈ ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਪਰ ਮਾਫ ਕਰਿਓ, ਅਜੇ ਤੱਕ ਮੈਂ ਆਪਣੇ ਸਮੇਤ ਗੱਲ ਕਰਦਾ, ਸਾਨੂੰ ਮਹਾਰਾਜ ਜੀ ਦਾ ਸਤਿਕਾਰ ਕਰਨਾ ਨਹੀਂ ਆਉਂਦਾ। ਸਾਧ ਸੰਗਤ ਜੀ, ਸਤਿਕਾਰ ਕੀਤਾ ਗੁਰੂ ਹਰਿਰਾਏ ਸਾਹਿਬ ਜੀ ਨੇ, ਸਤਿਕਾਰ ਕੀਤਾ ਸਤਿਗੁਰੂ ਜੀ ਦਾ ਗੁਰੂ ਅਮਰਦਾਸ ਸਾਹਿਬ ਜੀ ਨੇ। ਜੇ ਕਿਤੇ ਬਾਂਹ ਵੀ ਅੱਗੇ ਲੰਘ ਗਈ ਤੇ ਬਾਂਹ ਤੋਂ ਕੰਮ ਨਹੀਂ ਲਿਆ। ਸਤਿਕਾਰ ਕੀਤਾ ਗੁਰੂ ਹਰਿਰਾਏ ਸਾਹਿਬ ਜੀ ਨੇ। ਸਿੱਖ ਬਾਣੀ ਪੜ੍ਹ ਰਹੇ ਹਨ, ਆਪ ਮਹਾਰਾਜ ਆਰਾਮ ਕਰ ਰਹੇ ਹਨ। ਇੱਕਦਮ ਉੱਠ ਕੇ ਜਾ ਕੇ ਸਾਧ ਸੰਗਤ ਜੀ ਉਹਨਾਂ ਗੁਰਸਿੱਖਾਂ ਨੂੰ ਮਿਲੇ ਆ। ਆਖਿਆ ਭਾਈ ਤੁਸੀਂ ਗੁਰਬਾਣੀ ਪੜ੍ਹ ਰਹੇ ਹੋ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣ ਹੋ ਸੋ ਸਿੱਖ ਨਾਹੇ ਹਮਾਰਾ। ਸੋ ਮਹਾਰਾਜ ਜੀ ਦੀ ਹੁਣ ਆਪਾਂ ਅੱਗੋਂ ਕਥਾ ਸੁਣਨੀ ਹੈ। ਭਾਈ ਜਾਤੀ ਮਲਕ ਜੀ ਸਰੀਰ ਤਿਆਗਿਆ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਰੀਰ ਤਿਆਗਿਆ ਤੇ ਬਾਬਕ ਰਬਾਬੀ ਜੀ ਨੇ ਸਰੀਰ ਤਿਆਗਿਆ। ਇਹ ਜਿਹੜੇ ਤਿੰਨ ਗੁਰਸਿੱਖ ਸਨ, ਤੁਸੀਂ ਤਿੰਨਾਂ ਦੇ ਸਰੀਰ ਤਿਆਗਣ ਦੀ ਕਿਰਿਆ ਸੁਣੀ ਹੈ। ਤਿੰਨੋਂ ਗੁਰਸਿੱਖ ਜਿਹੜੇ ਸਨ ਨਾ, ਇਹਨਾਂ ਨੂੰ ਥੰਮ ਵੀ ਕਹਿ ਲਈਏ ਤੇ ਕੋਈ ਅੱਥ ਕਥਨੀ ਨਹੀਂ ਹੈਗੀ ਜੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜੇ ਅਨਨ ਬਹੁਤ ਪਿਆਰੇ ਗੁਰਸਿੱਖ ਸਨ। ਬਾਬਾ ਬਿਧੀ ਚੰਦ ਸਾਹਿਬ ਜੀ, ਫਿਰ ਬਾਬਕ ਰਬਾਬੀ ਜੀ, ਭਾਈ ਜਾਤੀ ਮਲਕ ਜੀ
ਜੋ ਬ੍ਰਾਹਮਣ ਸਨ ਉਹਨਾਂ ਦਾ ਅੱਗੋਂ ਪੁੱਤਰ ਉਹ ਸੇਵਾ ਵਿੱਚ ਲੱਗ ਗਿਆ। ਫਿਰ ਵੇਖੋ ਤਿੰਨਾਂ ਗੁਰਸਿੱਖਾਂ ਦੀ ਤੁਸੀਂ ਕਥਾ ਸੁਣੀ ਹੈ, ਤਿੰਨਾਂ ਦੇ ਅੱਗੋਂ ਪੁੱਤਰ ਸੇਵਾ ਵਿੱਚ ਲੱਗੇ ਜੀ। ਬਾਬਾ ਬਿਧੀ ਚੰਦ ਜੀ ਦੇ ਪੁੱਤਰ ਬਾਬਾ ਲਾਲ ਚੰਦ ਜੀ ਸੇਵਾ 'ਚ ਲੱਗ ਗਏ। ਬਾਬਕ ਰਬਾਬੀ ਜੀ ਦਾ ਪੁੱਤਰ ਉਹ ਫਿਰ ਆ ਕੇ ਕੀਰਤਨ ਦੀ ਸੇਵਾ ਕਰਨ ਲੱਗ ਪਿਆ। ਜਾਤੀ ਮਲਕ ਪ੍ਰੋਹਤ ਜੀ ਦਾ ਪੁੱਤਰ ਦਇਆ ਰਾਮ ਪ੍ਰੋਹਤ ਉਹ ਮਹਾਰਾਜ ਜੀ ਦੀ ਸੇਵਾ ਵਿੱਚ ਲੱਗ ਗਿਆ। ਗੁਰੂ ਕਿਰਪਾ ਕਰੇ ਸਾਡੀਆਂ ਕੁੱਲਾਂ ਸਾਡੀਆਂ ਪੀੜ੍ਹੀਆਂ ਗੁਰੂ ਜੀ ਦੇ ਚਰਨਾਂ ਨਾਲ ਜੁੜੀਆਂ ਰਹਿਣ ਤੇ ਗੁਰੂ ਜੀ ਦੇ ਚਰਨਾਂ ਵਿੱਚ ਸੇਵਾ ਕਰਦੀਆਂ ਰਹਿਣ। ਕੁੱਲਾਂ ਦਾ ਭਲਾ ਹੋਏਗਾ। ਭਗਤ ਜਨਾ ਕੇ 21 ਕੁੱਲ ਉਧਾਰੇ। ਇੱਕ ਵੀ ਪਰਿਵਾਰ ਵਿੱਚ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਸਾਰਿਆਂ ਦਾ ਭਲਾ ਹੁੰਦਾ ਹੈ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪੁੰਨ ਕੀਤਿਕ ਦਿਨ ਭਏ ਬਤੀਤ। ਗੁਰਸਿੱਖ ਪਿਆਰੇ ਬੜੇ ਬੜੇ ਵਧੀਆ ਜਿਨ੍ਹਾਂ ਦਾ ਜੀਵਨ ਅੰਮ੍ਰਿਤ ਰੂਪ ਹੈ। ਸਾਧ ਸੰਗਤ ਜੀ ਸਾਰੇ ਗੁਰਸਿੱਖ ਜਦੋਂ ਸਰੀਰ ਤਿਆਗ ਗਏ, ਭਾਵ ਉਹ 4 ਗੁਰਸਿੱਖ ਬਾਬਾ ਗੁਰਦਿੱਤਾ ਜੀ, ਬਾਬਾ ਬਿਧੀ ਚੰਦ ਜੀ, ਭਾਈ ਬਾਬਕ ਰਬਾਬੀ ਜੀ, ਜਾਤੀ ਮਲਕ ਜੀ, ਤੇ ਜਦੋਂ ਕੁਝ ਦਿਨ ਲੰਘ ਗਏ ਨਿਜ ਤਨ ਤਜਨ ਵਿਚਾਰਤ ਚੀਤ। ਹਜੂਰ ਗੁਰੂ ਹਰਗੋਬਿੰਦ ਸਾਹਿਬ ਫਿਰ ਫੁਰਨਾ ਬਣਾਉਂਦੇ ਵੀ ਅਸੀਂ ਵੀ ਸਰੀਰ ਤਿਆਗ ਦਈਏ। ਮਹਾਰਾਜ ਆਪਣੇ ਸਰੀਰ ਤਿਆਗਣ ਦਾ ਫੁਰਨਾ ਬਣਾਉਂਦੇ। ਚੇਤਾ ਰੱਖਿਓ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਇਹ ਨਹੀਂ ਲਿਖਿਆ ਵੀ ਗੁਰੂ ਜੀ ਦਾ ਅੰਤਮ ਸਮਾਂ ਆ ਗਿਆ। ਗੁਰੂ ਦਾ ਕਦੀ ਅੰਤਮ ਸਮਾਂ ਨਹੀਂ ਚਾਹੁੰਦਾ। ਮਹਾਰਾਜ ਸਵੈਮ ਇੱਛਾ ਦੇ ਨਾਲ ਸਰੀਰ ਤਿਆਗਦੇ ਹਨ। ਮਹਾਰਾਜ ਜੀ ਨੇ ਫੁਰਨਾ ਬਣਾਇਆ ਕਿ ਹੁਣ ਅਸੀਂ ਸਰੀਰ ਤਿਆਗ ਦਈਏ। ਗੁਰਤਾ ਗਾਦੀ ਸ਼੍ਰੀ ਹਰਿ ਰਾਏ। ਤੇ ਗੁਰਤਾ ਗੱਦੀ ਕਿਹਨੂੰ ਦੇਣੀ ਹੈ? ਮਹਾਰਾਜ ਜੀ ਨੇ ਫੁਰਨਾ ਬਣਾਇਆ ਵੀ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਦਈਏ। ਚਾਹੇ ਕਿਤਕ ਦਿਨ ਆਗੇ ਪਾਏ। ਤੇ ਗੁਰਤਾ ਗੱਦੀ ਦੇ ਕੇ ਕੁਝ ਦਿਨ ਆਪਣਾ ਸਰੀਰ ਰੱਖਣਾ ਮਹਾਰਾਜ ਕਹਿਣ ਲੱਗੇ। ਉਹਦਾ ਕਾਰਨ ਜਿਸ ਤੇ ਕੋ ਨਹਿ ਕਰੈ ਬਖੇਰਾ। ਵੀ ਗੁਰਤਾ ਗੱਦੀ ਪਹਿਲਾਂ ਦੇ ਦਿਆਂਗੇ ਤੇ ਸਰੀਰ ਕੁਝ ਦਿਨ ਰੱਖ ਕੇ ਬਾਅਦ ਚ ਤਿਆਗਾਂਗੇ, ਤਾਂ ਕਿ ਕੋਈ ਬਖੇੜਾ ਨਾ ਕਰੇ, ਕੋਈ ਲੜਾਈ ਝਗੜਾ ਨਾ ਕਰੇ ਵੀ ਮੈਂ ਗੁਰਤਾ ਗੱਦੀ ਲੈਣੀ ਹੈ। ਸਾਧ ਸੰਗਤ ਜੀ ਜਦੋਂ ਮਹਾਰਾਜ ਨੇ ਗੁਰਤਾ ਗੱਦੀ ਦੇਣ ਦੀ ਗੱਲ ਤੋਰੀ ਨਾ, ਮਾਤਾ ਮਰਵਾਹੀ ਜੀ ਨੇ ਫੁਰਨਾ ਬਣਾਇਆ ਵੀ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਦਾ ਨੰਬਰ ਤੇ ਮੇਰੇ ਪੁੱਤਰ ਦਾ, ਬਾਬਾ ਸੂਰਜਮਲ ਜੀ ਦਾ, ਤੇ ਗੱਦੀ ਤਾਂ ਮੇਰੇ ਪੁੱਤਰ ਸੂਰਜਮਲ ਨੂੰ ਮਿਲਣੀ ਚਾਹੀਦੀ ਹੈ। ਸੰਸਾਰੀਆਂ ਨਾ, ਫਿਰ ਸੰਸਾਰ ਦੀਆਂ ਗੱਲਾਂ ਵੀ ਮਨ 'ਚ ਆ ਹੀ ਜਾਂਦੀਆਂ ਨੇ। ਇਹ ਜੀਵ ਜਿਹੜਾ ਹੈ ਨਾ ਸਾਧ ਸੰਗਤ ਜੀ, ਇਹ ਬਹੁਤ ਕੁਝ ਅੰਦਰੇ ਅੰਦਰ ਹੀ ਚੱਲਦਾ ਰਹਿੰਦਾ ਜੀ। ਫਿਰ ਮਹਾਰਾਜ ਨੇ ਸਮਝਾਇਆ ਕਿ ਗੁਰਤਾ ਗੱਦੀ ਜਿਹਨੂੰ ਦੇਣੀ ਹੈ ਨਾ, ਇਹ ਸਾਡੇ ਵੱਸ ਵਿੱਚ ਵੀ ਨਹੀਂ ਹੈਗਾ। ਇਹ ਧੁਰ ਦਰਗਾਹ ਦਾ ਫੈਸਲਾ ਹੈ ਕਿ ਗੁਰੂ ਕਿਹਨੇ ਬਣਨਾ ਹੈ, ਸਾਡਾ ਫੈਸਲਾ ਨਹੀਂ ਹੈ। ਬਾਕੀ ਕਮੀ ਬਾਬਾ ਸੂਰਜਮਲ ਜੀ ਨੂੰ ਵੀ ਨਹੀਂ ਰਹੇਗੀ। ਸੋ ਮਹਾਰਾਜ ਜੀ ਨੇ ਫੁਰਨਾ ਬਣਾਇਆ ਕਿ ਗੁਰਤਾ ਗੱਦੀ ਹਰ ਰਾਏ ਸਾਹਿਬ ਜੀ ਨੂੰ ਦੇ ਦਈਏ, ਆਪਣੇ ਹੁੰਦਿਆਂ ਹੀ ਦੇ ਦਈਏ, ਤਾਂ ਕਿ ਪਿੱਛੋਂ ਕੋਈ ਈਰਖਾ, ਨਿੰਦਿਆ, ਚੁਗਲੀ, ਝਗੜਾ ਨਾ ਕਰੇ। ਅਲਪ ਬੈਸ ਪੋਤਰਾ ਨਿਜਹੇਰਾ। ਕਿਉਂ ਸਾਰਿਆਂ ਨੇ ਫਿਰ ਵਿਚਾਰ ਤੇ ਕਰਨੀ ਸੀ ਨਾ ਵੀ ਮਹਾਰਾਜ ਦੇ ਪੋਤਰੇ ਨੇ ਤੇ ਪੋਤਰੇ ਵੀ ਛੋਟੇ ਨੇ। ਹਾਂਜੀ, ਇੱਕ ਤਾਂ ਧੀਰ ਮੱਲ ਵੱਡ ਖੋਟਾ। ਮਹਾਰਾਜ ਨੇ ਵਿਚਾਰ ਕੀਤੀ ਵੀ ਇੱਕ ਤੇ ਵੱਡਾ ਪੋਤਰਾ ਸਾਡਾ ਧੀਰ ਮੱਲ ਜਿਹੜਾ ਉਹ ਖੋਟਾਪਨ ਰੱਖਦਾ, ਨਹਿ ਤ੍ਰਿਸਕਾਰ ਹੈ ਲੱਖ ਕਰ ਛੋਟਾ। ਤੇ ਹਰ ਰਾਏ ਸਾਹਿਬ ਜੀ ਨੂੰ ਕਿਤੇ ਛੋਟਾ ਸਮਝ ਕੇ ਤਿਰਸਕਾਰ ਹੀ ਨਾ ਕਰੇ ਵੀ ਵੱਡਾ ਤੇ ਮੈਂ ਆ ਤੇ ਗੁਰਤਾ ਗੱਦੀ ਮੇਰੀ ਹੈ। ਇਸ ਕਰਕੇ ਆਪਣੇ ਹੱਥੀਂ ਇਹ ਕੰਮ ਕਰਕੇ ਜਾਈਏ।
ਹਾਂਜੀ, ਜਿਮ ਦਾਤੂ ਸੁਤ ਲੀਏ ਪਖ ਧਾਰੇ। ਆਖੋ ਵਾਹਿਗੁਰੂ। ਜਿਵੇਂ ਗੁਰੂ ਅਮਰਦਾਸ ਸਾਹਿਬ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਭਾਈ ਦਾਤੂ ਜੀ ਹੋਣੀ ਉਹ ਕਹਿਣ ਲੱਗ ਪਏ ਵੀ ਗੱਦੀ ਤੇ ਸਾਡੀ ਹੈ। ਹਾਂਜੀ, ਤਥਾ ਮਸੰਦ ਨਾ ਲਿਹੇ ਬਿਗਾਰੇ। ਤੇ ਦਾਤੂ ਜੀ ਨੂੰ ਵੀ ਮਸੰਦਾਂ ਨੇ ਹੀ ਚੁੱਕਿਆ ਸੀਗਾ ਉਸ ਸਮੇਂ ਦੇ ਜਿਹੜੇ ਸੀਗੇ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਕਿਤੇ ਕੋਈ ਮਸੰਦ ਹੀ ਨਾ ਚੁੱਕ ਦਵੇ ਧੀਰਮਲ ਨੂੰ। ਹਾਂਜੀ, ਸਿੱਖ ਸੰਗਤ ਸਭ ਦੇਸ਼ ਬੁਲਾਏ। ਸੋ ਮਹਾਰਾਜ ਨੇ ਫੁਰਨਾ ਬਣਾਇਆ ਕਿ ਸਾਰੇ ਦੇਸ਼ਾਂ ਦੀਆਂ ਸੰਗਤਾਂ ਇਕੱਠੀਆਂ ਕਰੀਏ। ਜਿੰਨੀਆਂ ਵੀ ਗੁਰਸਿੱਖ ਸੰਗਤਾਂ ਹਨ ਸਾਰੀਆਂ ਇਕੱਠੀਆਂ ਕਰੀਏ। ਸਭ ਹਿਨ ਮੈਂ ਬਿਠਾਏ ਹਰ ਰਾਏ। ਤੇ ਸਾਰਿਆਂ ਦੇ ਵਿੱਚ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਈਏ ਤਾਂ ਕਿ ਕਿਸੇ ਨੂੰ ਸ਼ੱਕ ਹੀ ਨਾ ਰਹਿ ਜੇ, ਕਿਸੇ ਨੂੰ ਇਹ ਨਾ ਰਹਿ ਜੇ ਵੀ ਵੇਖੋ ਜੀ ਗੁਰਤਾ ਗੱਦੀ ਕਿਸੇ ਹੋਰ ਕੋਲ ਹੈ। ਹਾਂਜੀ, ਗੁਰਤਾ ਗਾਦੀ ਦੇਨੀ ਕਰੈ ਇਮ ਵਿਚਾਰ ਸ੍ਰੀ ਸਤਿਗੁਰ ਧਰੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫੇ ਫੁਰਨਾ ਬਣਾਉਂਦੇ ਆ ਵੀ ਗੁਰਤਾ ਗੱਦੀ ਹਰ ਰਾਏ ਸਾਹਿਬ ਜੀ ਨੂੰ ਹੁਣ ਦੇ ਦਈਏ, ਅਸੀਂ ਸਰੀਰ ਤਿਆਗ ਦਈਏ। ਹਾਂਜੀ, ਦਿਓ ਹੁਕਮ ਜੇ ਨਿਕਟ ਲਿਖਾਰੀ। ਹਾਂਜੀ, ਹੈ ਮਸੰਦ ਗਨ ਦੇਸ਼ ਮਝਾਰੀ। ਸੱਚੇ ਪਾਤਸ਼ਾਹ ਜੀ ਦੇ ਲਾਗੇ ਲਿਖਾਰੀ ਬੈਠੇ ਸੀਗੇ ਜਿਹੜੇ ਚਿੱਠੀਆਂ ਲਿਖਦੇ ਹੁੰਦੇ ਸੀਗੇ। ਮਹਾਰਾਜ ਨੇ ਉਹਨਾਂ ਲਿਖਾਰੀਆਂ ਨੂੰ ਹੁਕਮ ਕੀਤਾ ਵੀ ਇਸ ਹਿੰਦੁਸਤਾਨ ਦੀ ਧਰਤੀ ਤੇ ਜਿੰਨੇ ਵੀ ਇਲਾਕੇ ਹਨ, ਹੋਰ ਜਿੰਨੇ ਵੀ ਦੇਸ਼ ਹਨ, ਸਾਰੀਆਂ ਥਾਵਾਂ ਤੇ ਹੁਕਮਨਾਮੇ ਲਿਖ ਦਿਓ। ਲਿਖੋ ਹੁਕਮਨਾਮੇ ਸਭ ਆਵੈ। ਹੁਕਮਨਾਮਾ ਕੀ ਲਿਖਣਾ ਕਿ ਸਾਰੀਆਂ ਸੰਗਤਾਂ ਕੀਰਤਪੁਰ ਸਾਹਿਬ ਆਉਣ। ਜਿੰਨੇ ਮਸੰਦ ਨੇ ਉਹ ਸਾਰੇ ਕੀਰਤਪੁਰ ਸਾਹਿਬ ਆਉਣ। ਸਭ ਸੰਗਤਾਂ ਆਪਣੇ ਲਿਆਵੇਂ। ਤੇ ਮਸੰਦ ਇਕੱਲੇ ਨਾ ਆਉਣ, ਸੰਗਤਾਂ ਵੀ ਲੈ ਕੇ ਆਉਣ, ਕਿਉਂ ਬੜੀ ਵੱਡੀ ਗੱਲ ਹੈ, ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਨੀ ਹੈ। ਹਾਂਜੀ, ਸੁਨ ਆਗਿਆ ਕਹੋ ਦੇਸ਼ ਵਿਦੇਸ਼। ਮਹਾਰਾਜ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲਿਆ ਜੀ ਵੀ ਜੇ ਮਹਾਰਾਜ ਚੁੱਪ ਕਰਕੇ ਹੀ ਗੁਰਤਾ ਗੱਦੀ ਦੇ ਦਿੰਦੇ ਤਾਂ ਧੀਰ ਮੱਲ ਹੋਣਾ ਮੱਲ ਲੈਣਾ ਸੀ, ਕਬਜ਼ਾ ਕਰ ਲੈਣਾ ਸੀਗਾ। ਬਹੁਤ ਦੂਰ ਅੰਦੇਸ਼ੀ ਨਾਲ ਕੰਮ ਲਿਆ ਵੀ ਪਿੱਛੋਂ ਕੋਈ ਝਗੜਾ ਨਾ ਪਵੇ। ਆਖੋ ਵਾਹਿਗੁਰੂ। ਝਗੜਾ ਨਾ ਪਵੇ। ਸੁਨ ਆਗਿਆ ਕਹੋ ਦੇਸ਼ ਵਿਦੇਸ਼। ਲਿਖ ਲਿਖ ਭੇਜੇ ਚਾਰ ਅਸ਼ੇਸ਼। ਗੁਰਸਿੱਖਾਂ ਨੇ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਹੁਕਮਨਾਮੇ ਭੇਜੇ ਜੀ। ਜਿੱਥੇ ਜਿੱਥੇ ਮਹਾਰਾਜ ਨੇ ਕਿਹਾ ਸਤਿਗੁਰੂ ਜੀ ਦੀਆਂ ਚਿੱਠੀਆਂ ਭੇਜ ਦਿੱਤੀਆਂ। ਹੁਤੇ ਦੂਰ ਸੇ ਪ੍ਰਥਮ ਬੁਲਾਏ। ਜਿਹੜੇ ਦੂਰ ਸਨ ਉਹਨਾਂ ਨੂੰ ਪਹਿਲਾਂ ਹੁਕਮਨਾਮੇ ਭੇਜਦੇ ਜੀ, ਕਿਉਂਕਿ ਉਹ ਪਹਿਲਾਂ ਹੁਕਮਨਾਮੇ ਜਾਣਗੇ ਫਿਰ ਆਉਂਦਿਆਂ ਵੀ ਤਾਂ ਦਿਨ ਲੱਗਣੇ ਨਾ ਜੀ ਉਹਨਾਂ ਨੂੰ। ਧਨੀ ਮਸੰਦ ਬਿਲੰਦ ਸਬਾਏ। ਤੇ ਜਿਹੜੇ ਧਨੀ ਮਸੰਦ ਸਨ ਉਹਨਾਂ ਸਾਰਿਆਂ ਨੂੰ ਵੀ ਮਹਾਰਾਜ ਨੇ ਹੁਕਮਨਾਮੇ ਲਿਖ ਕੇ ਭੇਜੇ ਵੀ ਭਾਈ ਛੇਤੀ ਕੀਰਤਪੁਰ ਸਾਹਿਬ ਸਾਰੇ ਆ ਜਾਵੋ। ਜਾਏ ਹੁਕਮਨਾਮੇ ਜਬ ਦਏ। ਜਦੋਂ ਉਹ ਹੁਕਮਨਾਮੇ ਉਹਨਾਂ ਮਸੰਦਾਂ ਤੱਕ ਪਹੁੰਚੇ ਉਹਨਾਂ ਨੇ ਪੜ੍ਹੇ। ਪਾਠ ਮਸੰਦ ਸਭ ਤਿਆਰੀ ਕਏ। ਵੀ ਮਹਾਰਾਜ ਨੇ ਇੱਕਦਮ ਸੱਦਿਆ। ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਇਹ ਨਹੀਂ ਸੀ ਲਿਖਿਆ ਵਿੱਚ ਲਿਖਵਾਇਆ ਵੀ ਗੁਰਤਾ ਗੱਦੀ ਦੇਣੀ ਹੈ। ਇਹ ਗੱਲ ਗੁਪਤ ਰੱਖੀ ਸੀਗੀ ਜੀ, ਇਹ ਨਹੀਂ ਸੀ ਲਿਖਾਇਆ। ਸਿਰਫ ਇੰਨਾ ਹੀ ਲਿਖਾਇਆ ਸੀ ਵੀ ਹੁਕਮਨਾਮੇ ਪੜ੍ਹੋ ਤੇ ਕੀਰਤਪੁਰ ਸਾਹਿਬ ਆਓ। ਸੋ ਮਸੰਦਾਂ ਨੇ ਸੰਗਤਾਂ ਨੂੰ ਆਖਿਆ ਤੇ ਸਾਰਿਆਂ ਨੇ ਤਿਆਰੀ ਕੀਤੀ। ਲੇਕਰ ਸੰਗ ਸੰਗਤਾਂ ਬ੍ਰਿੰਦ। ਬਹੁਤ ਸਾਰੀਆਂ ਸੰਗਤਾਂ ਨਾਲ ਲੈ ਕੇ ਮਸੰਦ ਆ ਰਹੇ ਹਨ। ਅਰ ਲੈ ਗੁਰ ਕੀ ਕਾਰ ਬਿਲੰਦ। ਤੇ ਨਾਲੇ ਕਾਰ ਭੇਟਾ ਵੀ ਲੈ ਕੇ ਆ ਰਹੇ ਹਨ, ਮਾਇਆ ਵੀ ਲੈ ਕੇ ਆ ਰਹੇ ਹਨ। ਕ੍ਰਮ ਕਰ ਪੰਥ ਉਲੰਘਤ ਆਏ। ਤੇ ਫਿਰ ਚਲਦਿਆਂ ਚਲਦਿਆਂ ਸਾਰਾ ਪੈਂਡਾ ਮੁਕਾ ਕੇ ਕੀਰਤਪੁਰ ਗੁਰ ਜਹਾਂ ਸੁਹਾਏ। ਕੀਰਤਪੁਰ ਸਾਹਿਬ ਚ ਪਹੁੰਚੇ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਪਵਿੱਤਰ ਧਰਤੀ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨਾਂ ਨਾਲ ਨਿਹਾਲ ਕੀਤਾ ਜੀ, ਜਿੱਥੇ ਛੇਵੇਂ ਪਾਤਸ਼ਾਹ ਆਪ ਸੱਜੇ ਹੋਏ ਹਨ, ਮਹਾਰਾਜ ਕੀ ਆਪ ਸੱਜੇ ਹਨ,
ਸੰਗਤਾਂ ਉਧਰ ਆ ਰਹੀਆਂ ਹਨ। ਬ੍ਰਿੰਦ ਅਕੋਰਨ ਅਰਪੈ ਆਗੇ, ਨਮਰੀ ਹੋਏ ਚਰਨ ਗੁਰ ਲਾਗੇ। ਸੋ ਆਪੋ ਆਪਣੇ ਇਲਾਕੇ ਦੀਆਂ ਚੀਜ਼ਾਂ ਲੈ ਕੇ ਆ, ਜਿਵੇਂ ਕਸ਼ਮੀਰ ਤੋਂ ਲੋਕੀ ਸੇਬ ਲੈ ਕੇ ਆਉਂਦੇ ਆ। ਮਸੰਦ ਆਪੋ ਆਪਣੇ ਇਲਾਕੇ ਦੀਆਂ ਵਸਤੂਆਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਭੇਟ ਕਰਨ ਵਾਸਤੇ ਲੈ ਕੇ ਆਏ। ਬਲਖ ਬੁਖਾਰਾ ਆਦਿਕ ਪੁਰਗਨ। ਬਲਖ ਤੋਂ ਸੰਗਤਾਂ ਆਈਆਂ, ਬੁਖਾਰੇ ਤੋਂ ਸੰਗਤਾਂ ਆਈਆਂ। ਤੇ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਇਹ ਮਤ ਸਮਝਿਓ ਵੀ ਪੰਜਾਬ ਵਾਲੇ ਸਿੱਖ ਹੀ ਬੜੇ ਵੱਡੇ ਸਿੱਖ ਸਨ। ਨਹੀਂ ਪਿਆਰਿਓ, ਕੋਈ ਬਲਖ ਤੋਂ, ਕੋਈ ਬੁਖਾਰੇ ਤੋਂ, ਕੋਈ ਕਿਤੋਂ ਆ ਰਿਹਾ, ਤੇ ਸਾਰੇ ਹੀ ਬੜੇ ਬੜੇ ਵੱਡੇ ਸਿੱਖ ਸਨ ਜੀ। ਸਾਰਿਆਂ ਦੇ ਮਨਾਂ ਵਿੱਚ ਗੁਰੂ ਸਾਹਿਬ ਦਾ ਪਿਆਰ ਵਸਿਆ ਹੋਇਆ ਜੀ। ਹਾਂਜੀ। ਪਸ਼ਚਮ ਦਿਸ਼ ਤੇ ਪਹੁੰਚੇ ਨਰਗਨ। ਇਸ ਇਲਾਕੇ ਦੇ ਪੱਛਮ ਵਾਲੇ ਪਾਸਿਓਂ ਬਹੁਤ ਸਾਰੇ ਲੋਕ ਆਏ ਜੀ, ਚਿੱਠੀਆਂ ਪੜ੍ਹ ਕੇ। ਸੰਗ ਮਸੰਦ ਲਏ ਮੁਲਤਾਨੀ। ਮੁਲਤਾਨ ਤੋਂ ਵੀ ਸੰਗਤਾਂ ਆਈਆਂ। ਆਖੋ ਵਾਹਿਗੁਰੂ। ਵਾਹ। ਮੁਲਤਾਨ ਤੋਂ ਸੰਗਤਾਂ ਆਈਆਂ ਜੀ, ਉੱਥੋਂ ਦੇ ਮਸੰਦ ਆਏ ਜੀ। ਸਿੱਖ ਗਨ ਅਨੇਕ ਉਪਾਇਨ ਆਨੀ। ਗੁਰੂ ਕੇ ਸਿੱਖ ਅਨੇਕਾਂ ਹੀ ਭੇਟਾਵਾਂ ਲੈ ਕੇ ਆ ਰਹੇ ਹਨ, ਕਿਉਂਕਿ ਬਾਰ-ਬਾਰ ਆਇਆ ਨਹੀਂ ਜਾਂਦਾ ਜੀ। ਤੇ ਪਤਾ ਕਿਸੇ ਨੂੰ ਨਹੀਂ ਹੈ ਵੀ ਛੇਵੇਂ ਪਾਤਸ਼ਾਹ ਨੇ ਸਰੀਰ ਤਿਆਗਣ ਦੀ ਤਿਆਰੀ ਕਰ ਲਈ ਹੈ। ਗੁਰਤਾ ਗੱਦੀ ਪੋਤਰੇ ਨੂੰ ਦੇ ਦੇਣੀ ਹੈ, ਇਹ ਨਹੀਂ ਪਤਾ ਕਿਸੇ ਨੂੰ। ਹਾਂਜੀ। ਦੱਖਣ ਦੇਸ਼ ਤੇ ਆਦ ਉਜੈਨ। ਸੋ ਦੱਖਣ ਵਾਲੇ ਪਾਸਿਓਂ ਵੀ ਸੰਗਤਾਂ ਆਈਆਂ, ਉਜੈਨ ਤੋਂ ਸੰਗਤਾਂ ਆਈਆਂ ਜੀ। ਵੇਖ ਲਓ ਕਿੱਥੇ ਕਿੱਥੇ ਗੁਰੂ ਦੇ ਸਿੱਖ ਵਸਦੇ ਸੀਗੇ ਉਦੋਂ। ਹਾਂਜੀ। ਚੱਲ ਪਹੁੰਚੇ ਗੁਰ ਦਰਸ਼ਨ ਲੈਣ। ਸਾਰੇ ਗਰੀਬ ਨਵਾਜ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਵੀ ਸਤਿਗੁਰੂ ਜੀ ਦਾ ਹੁਕਮ ਹੋਇਆ ਤੇ ਕੀਰਤਪੁਰ ਸਾਹਿਬ ਚੱਲ ਗਏ। ਅੰਗ ਬੰਗ ਆਦਿਕ ਜੇ ਦੇਸ਼। ਸੋ ਅੰਗ ਬੰਗ, ਆਖੋ ਵਾਹਿਗੁਰੂ। ਵਾਹਿਗੁਰੂ। ਭਾਵ ਬੰਗਾਲ, ਹੋਰ ਵੀ ਜਿਹੜੇ ਦੇਸ਼ ਸਨ। ਕੌਣ ਗਨ ਹੈ ਪਹੁੰਚੇ ਸੋ ਅਸ਼ੇਸ਼। ਭਾਈ ਸੰਤੋਖ ਸਿੰਘ ਕਹਿੰਦੇ ਵੀ ਬੜੇ ਦੇਸ਼ਾਂ ਤੋਂ ਸੰਗਤਾਂ ਆਈਆਂ, ਕਹਿੰਦੇ ਮੈਂ ਗਿਣਤੀ ਨਹੀਂ ਦੱਸ ਸਕਦਾ। ਬੰਗ ਕੇ ਬੰਗਾਲੀ, ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਸਾਰੀਆਂ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਆਈਆਂ। ਵਸਤ ਅਨੂਠੀ ਮੋਲ ਬਡੇਰੀ। ਅਨੂਠੀਆਂ ਵਸਤੂਆਂ ਲੈ ਕੇ ਆਈਆਂ, ਬੜੀਆਂ ਬੜੀਆਂ ਵਧੀਆ ਵਸਤੂਆਂ ਲੈ ਕੇ ਆਈਆਂ। ਦੁਰਲਭ ਲੈ ਆਏ ਤਸਬੇਰੀ। ਤੇ ਦੁਰਲਭ ਵਸਤੂਆਂ ਲੈ ਕੇ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਰਹੀਆਂ ਹਨ। ਅਨੇਕ ਪ੍ਰਕਾਰਨ ਵਸਤਰ ਅਜਾਇਬ। ਹੁਣ ਆਪੋ ਆਪਣੇ ਇਲਾਕਿਆਂ ਦੇ ਵਸਤਰ ਵੀ ਹੁੰਦੇ ਆ ਜੀ। ਕਸ਼ਮੀਰ 'ਚ ਕੱਪੜਾ ਹੋਰ ਤਰੀਕੇ ਦਾ ਮਿਲਦਾ, ਮੁਲਤਾਨ ਦਾ ਹੋਰ ਤਰੀਕੇ ਦਾ, ਪਾਕਿਸਤਾਨ ਦੇ ਕੱਪੜੇ ਹੋਰ ਤਰ੍ਹਾਂ ਦੇ ਹੈਗੇ ਆ ਜੀ। ਹੁੰਦੇ ਤੇ ਇਹੋ ਜਿਹੇ ਹੀ ਹੈ, ਪਰ ਉਹਨਾਂ ਦੇ ਆਪੋ ਆਪਣਾ ਫਰਕ ਹੁੰਦਾ ਜੀ ਥੋੜ੍ਹਾ ਥੋੜ੍ਹਾ। ਉਹ ਆਪੋ ਆਪਣੇ ਦੇਸ਼ਾਂ ਦੇ ਕੱਪੜੇ ਵੀ ਮਹਾਰਾਜ ਵਾਸਤੇ ਲੈ ਕੇ ਆਏ ਜੀ। ਹਾਂਜੀ। ਅਰਪ ਹੈ ਦਰਸ ਕਰਾਂ ਗੁਰ ਸਾਹਿਬ। ਨਾਲੇ ਤੇ ਮਹਾਰਾਜ ਦੇ ਚਰਨਾਂ 'ਚ ਰੱਖਣ ਤੇ ਨਾਲੇ ਸਤਿਗੁਰੂ ਜੀ ਦੇ ਦਰਸ਼ਨ ਕਰਨ, ਤੇ ਦਰਸ਼ਨ ਕਰਕੇ ਸੁੱਖ ਮਿਲੇ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਪੋ।
ਅਰਪ ਹੈ ਦਰਸ ਕਰਹਿ ਗੁਰ ਸਾਹਿਬ। ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ, ਨਾਲੇ ਵਸਤੂਆਂ ਭੇਟ ਕਰਦੀਆਂ ਹਨ। ਤੇ ਜਦੋਂ ਮਹਾਰਾਜ ਦੇ ਦਰਸ਼ਨ ਕਰ ਲੈਂਦੀਆਂ ਨਾ ਜੀ ਸੰਗਤਾਂ, ਫਿਰ ਇਉਂ ਲੱਗਦਾ ਵੀ ਪਤਾ ਨਹੀਂ ਕਿਹੜੀ ਚਿੰਤਾ ਦੂਰ ਹੋ ਗਈ ਜੀ। ਮੈਂ ਵੇਖਿਆ ਬੰਦਗੀ ਵਾਲਾ ਪੁਰਸ਼ ਹੀ ਹੋਵੇ ਨਾ ਜੀ, ਬੰਦਗੀ ਵਾਲਾ, ਉਹਨੂੰ ਵੇਖ ਕੇ ਮਿਲ ਕੇ ਬੰਦੇ ਨੂੰ ਇਉਂ ਲੱਗਦਾ ਵੀ ਮੇਰੀ ਚਿੰਤਾ ਲੱਥ ਗਈ ਜੀ। ਹਾਂਜੀ, ਤੇ ਗੁਰੂ ਸਾਹਿਬ ਤੇ ਹੈ ਹੀ ਮਾਲਕ ਛੇਵੇਂ ਪਾਤਸ਼ਾਹ। ਸੰਗਤਾਂ ਦਰਸ਼ਨ ਕਰਨ ਆਈਆਂ ਤੇ ਬੜੀ ਦੂਰ ਦੂਰ ਤੋਂ ਸੀਗੀਆਂ, ਪਰ ਦਰਸ਼ਨ ਕਰਕੇ ਸਭ ਥਕਾਵਟਾਂ ਦੂਰ ਹੋ ਗਈਆਂ ਜੀ। ਹਾਂਜੀ, ਤਿਮ ਪੂਰਬ ਕੇ ਚੱਲ ਕਰ ਆਏ। ਹੁਣ ਇਸੇ ਤਰ੍ਹਾਂ ਪੂਰਬ ਦੇ ਇਲਾਕੇ ਵਿੱਚੋਂ ਵੀ ਸੰਗਤ ਆਈ ਜੀ, ਜਿਵੇਂ ਢਾਕਾ ਦੇਸ਼ ਆਦ ਸਮੁਦਾਏ। ਜਿਵੇਂ ਕਿ ਢਾਕਾ, ਹਾਂਜੀ ਬੰਗਾਲ ਢਾਕਾ, ਇੱਧਰੋਂ ਵੀ ਸੰਗਤਾਂ ਆਈਆਂ। ਪੁਰ ਪਟਨੇ ਆਦਿਕ ਸਿੱਖ ਜੇਈ। ਪਟਨੇ ਵਿੱਚ ਵੀ ਗੁਰੂ ਦੇ ਸਿੱਖ ਰਹਿੰਦੇ ਸੀਗੇ ਜੀ, ਉਹ ਵੀ ਸਾਰੇ ਆਏ। ਲਏ ਉਪਾਇਨ ਪਹੁੰਚੇ ਤੇਈ। ਕੋਈ ਕੁਝ ਲੈ ਕੇ ਆਇਆ, ਕੋਈ ਕੁਝ ਲੈ ਕੇ ਆਇਆ, ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ। ਤਿਮ ਪਰਬਤ ਬਾਸੀ ਚੱਲ ਆਏ। ਪਰਬਤ ਬਾਸੀ ਵੀ ਆਏ, ਅਰੁਣਾਚਲ ਤੋਂ ਲੋਕ ਆਏ, ਕਸ਼ਮੀਰ ਤੋਂ ਆਏ, ਹਿਮਾਚਲ ਤੋਂ ਆਏ, ਪਹਾੜੀ ਲੋਕ ਵੀ ਆਏ। ਸਤਿਗੁਰ ਹਰਗੋਬਿੰਦ ਦਰਸਾਏ। ਆ ਕੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਹਨ। ਵੱਡਾ ਸਰੂਪ, ਸੋਹਣੀ ਕਲਗੀ। ਹਾਂਜੀ, ਕੀਰਤਪੁਰ ਕੇ ਚਹੁੰ ਦਿਸ਼ ਡੇਰੇ। ਕੀਰਤਪੁਰ ਸਾਹਿਬ ਦੇ ਚਾਰੇ ਪਾਸੇ ਡੇਰੇ ਲਾ ਲਏ, ਤੰਬੂ ਲਾ ਲਏ। ਆਨ ਸੰਗਤਾਂ ਕੀਨ ਕਨੇਰੇ। ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ। ਬੇਦੀ ਤ੍ਰੇਹਣ ਭੱਲੇ ਜੇਈ। ਫਿਰ ਗੁਰੂ ਦੇ ਹੁਕਮ ਬੇਦੀਆਂ ਨੂੰ ਵੀ ਪਹੁੰਚੇ, ਭੱਲਿਆਂ ਨੂੰ ਵੀ ਗਏ, ਤ੍ਰੇਹਣਾ ਨੂੰ ਵੀ ਗਏ। ਅਨੁਸਾਰੀ ਗੁਰ ਪਹੁੰਚੇ ਤੇਈ। ਉਹ ਵੀ ਸਾਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਜੰਗਲ ਦੇਸ਼ ਸੰਗਤਾਂ ਸੰਗ। ਜੰਗਲ ਦੇਸ਼ ਕਹਿੰਦੇ ਮਾਲਵੇ ਨੂੰ, ਆਖੋ ਵਾਹਿਗੁਰੂ। ਵਾਹ। ਪੰਜਾਬ ਚੋਂ ਮਾਲਵੇ ਦੇ ਵਿੱਚੋਂ ਸੰਗਤਾਂ ਬਹੁਤ ਆਈਆਂ ਜੀ। ਭਗਤੂ ਗਇਓ ਹਿਰਦੈ ਗੁਰ ਰੰਗ। ਤੇ ਭਾਈ ਭਗਤੂ ਜੀ, ਜਿਨ੍ਹਾਂ ਦਾ ਜਨਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੇ ਨਾਲ ਹੋਇਆ ਜੀ। ਬਜ਼ੁਰਗ ਦੀ ਅਰਦਾਸ ਸੁਣੀ ਬਾਬੇ ਆਦਮ ਦੀ ਜੀ। ਭਾਈ ਭਗਤੂ ਜੀ ਦਾ ਮਨ ਗੁਰੂ ਜੀ ਦੇ ਪਿਆਰ ਦੇ ਰੰਗ 'ਚ ਰੰਗਿਆ ਪਿਆ ਸੀਗਾ ਜੀ। ਭਾਈ ਭਗਤੂ ਜੀ ਆਏ। ਤਿਮ ਭਾਈ ਬਹਿਲੋ ਚੱਲ ਆਇਓ। ਭਾਈ ਬਹਿਲੋ ਜੀ ਵੀ ਚੱਲ ਕੇ ਆਏ ਜੀ, ਬੜੇ ਬੜੇ ਕਰਾਮਾਤੀ ਸਿੱਧ ਪੁਰਸ਼ ਨੇ। ਸੰਗ ਅਨੇਕ ਗੁਰੂ ਸਿੱਖ ਲਿਆਇਓ। ਕੱਲੇ ਨਹੀਂ ਆਏ, ਫਿਰ ਨਾਲ ਹੋਰ ਵੀ ਸੰਗਤਾਂ ਨੂੰ ਲੈ ਕੇ ਆਏ। ਇਤਿਆਦਿਕ ਜੇ ਗਿਆਨੀ ਭਏ। ਇਸ ਤਰੀਕੇ ਨਾਲ ਜਿਹੜੇ ਗਿਆਨਵਾਨ ਪੁਰਸ਼ ਸਨ, ਬ੍ਰਹਮ ਗਿਆਨੀ ਪੁਰਸ਼ ਸਨ, ਗੁਰ ਤੇ ਮੰਜੀ ਪਦ ਜੋ ਲਏ। ਤੇ ਕਈ ਉਹ ਗੁਰੂ ਦੇ ਸਿੱਖ ਵੀ ਆਏ ਜਿਨ੍ਹਾਂ ਨੂੰ ਮਹਾਰਾਜ ਨੇ ਮੰਜੀ ਬਖਸ਼ਿਸ਼ ਕੀਤੀ ਸੀਗੀ, ਮਸੰਦ ਬਣਾਇਆ ਸੀਗਾ। ਸੋ ਸਭ ਆਏ ਗੁਰ ਕੇ ਦੁਆਰੇ। ਹਾਂਜੀ, ਭਾਈ ਭੀਰ ਬਹੁਪੁਰ ਪਰਵਾਰੇ। ਸੋ ਕੀਰਤਪੁਰ ਸਾਹਿਬ ਬੜੀਆਂ ਭੀੜਾਂ ਲੱਗ ਗਈਆਂ, ਬੜੇ ਲੋਕ ਆਏ, ਬਹੁਤ ਸਾਧ ਸੰਗਤ ਜੀ ਉੱਥੇ ਸੰਗਤਾਂ ਦਾ ਇਕੱਠ ਹੋਇਆ। ਦਰਸ਼ਨ ਕਰੈ ਅਕੋਰ ਚੜਾਵੈ। ਸੰਗਤਾਂ ਦਰਸ਼ਨ ਕਰਦੀਆਂ ਹਨ, ਭੇਟਾਵਾਂ ਚੜਾਉਂਦੀਆਂ ਹਨ। ਮਨ ਬਾਸ਼ਤ ਸਿੱਖ ਸੰਗਤ ਪਾਵੈ। ਮਨ ਬਾਛਤ ਮੂੰਹ ਮੰਗੀਆਂ ਮੁਰਾਦਾਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦੀਆਂ ਹਨ। ਕਿਉਂ? ਦਰਸ਼ਨ ਪਰਸਿਆ ਗੁਰੂ ਕੈ, ਦਰਸ਼ਨ ਪਰਸਿਆ ਗੁਰੂ ਕੈ। ਜਨਮ ਮਰਨ ਦੁਖ ਜਾਏ, ਜਨਮ ਮਰਨ ਦੁਖ ਜਾਏ। ਜਨਮ ਮਰਨ ਦੁਖ ਜਾਏ, ਜਨਮ ਮਰਨ ਦੁਖ ਜਾਏ। ਜਨਮ ਮਰਨ ਦੁਖ ਜਾਏ, ਜਨਮ ਮਰਨ ਦੁਖ ਜਾਏ।
ਦਰਸ਼ਨ ਪਰਸਿਆ ਗੁਰੂ ਕੈ, ਦਰਸ਼ਨ ਪਰਸਿਆ ਗੁਰੂ ਕੈ। ਗੁਰੂ ਜੀ ਦੇ ਦਰਸ਼ਨ ਕੀਤੇ। ਮਹਾਰਾਜ ਬਾਣੀ 'ਚ ਕਹਿੰਦੇ ਦਰਸ਼ਨ ਦੇਖਤ ਦੋਖ ਨਸੇ। ਦਰਸ਼ਨ ਕਰਦਿਆਂ ਪਾਪ ਦੂਰ ਹੁੰਦੇ ਆ। ਕੋਈ ਭਾਵਨਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰੇ ਸਹੀ। ਦਰਸ਼ਨਾਂ ਦੀ ਕਿੰਨੀ ਮਹਿਮਾ ਬਾਣੀ ਵਿੱਚ ਲਿਖੀ ਹੈ। ਮਹਾਰਾਜ ਗਰੀਬ ਨਵਾਜ ਦਰਸ਼ਨਾਂ ਦੀ ਬੜੀ ਮਹਿਮਾ ਦੱਸਦੇ ਆ। ਦਰਸ਼ਨ ਦੀਜੈ ਖੋਲ ਕੇ ਬਾਹਰ। ਦਰਸ਼ਨਾਂ ਦੀ ਬੜੀ ਮਹਿਮਾ ਹੈ। ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾ ਸਾਹਮਣੇ, ਜਾਂ ਗੁਰ ਦੇਖਾ ਸਾਹਮਣੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੰਗਤਾਂ ਬੜੀ ਬੜੀ ਦੂਰੋਂ ਆਈਆਂ ਹਨ, ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ ਤੇ ਦਰਸ਼ਨ ਕਰਕੇ ਹੀ ਭੁੱਖਾਂ ਲੈ ਗਈਆਂ ਹਨ। ਗੁਰੂ ਤੇ ਬਹੁਤ ਵੱਡੇ ਹਨ। ਗੁਰੂ ਦਾ ਦਰਬਾਰ ਵੀ ਬੜਾ ਵੱਡਾ ਹੈ। ਦਰਬਾਰਨ ਮਹਿ ਤੇਰੋ ਦਰਬਾਰਾ। ਗੁਰੂ ਦਾ ਦਰਬਾਰ ਬਹੁਤ ਵੱਡਾ ਹੈ। ਮਹਾਰਾਜ ਬਾਣੀ ਵਿੱਚ ਗੁਰੂ ਦੇ ਦਰਬਾਰ ਦੀ ਵੀ ਸਿਫਤ ਕਰਦੇ ਹਨ। ਇੱਕ ਵਾਕਿਆ ਜਿਹੜਾ ਮੇਰੇ ਆਪਣੇ ਨਾਲ ਵਰਤਿਆ ਮੈਂ ਉਹ ਸਾਂਝਾ ਕਰ ਦਿੰਦਾ। ਦਾਸ ਉਦੋਂ ਪਹਿਲੀ ਵਾਰੀ ਹੇਮਕੁੰਡ ਸਾਹਿਬ ਗਿਆ ਸਾਂ ਤੇ ਜਿਹੜੀ ਚੜ੍ਹਾਈ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਦੀ ਹੈ ਨਾ, 7-8 ਕਿਲੋਮੀਟਰ ਹੈਗੀ ਲਗਭਗ। ਉਹ ਜ਼ਿਆਦਾ ਔਖੀ ਹੈ ਜੀ, ਸਿੱਧੀ ਹੈ ਜੀ। ਤੇ ਮੈਂ ਥੱਕ ਗਿਆ ਜੀ। ਉਹਦਾ ਕਾਰਨ ਵੀ ਮੈਂ ਰਸਤਾ ਪੌੜੀਆਂ ਦਾ ਲੈ ਲਿਆ। 1.5-2 ਕਿਲੋਮੀਟਰ ਦੀਆਂ ਪੌੜੀਆਂ ਨੇ ਉਹ ਰਸਤੇ ਤੇ। ਉਹ ਪੌੜੀਆਂ ਬਿਲਕੁਲ ਹੀ ਸਿੱਧੀਆਂ ਤੇ ਥੱਕਿਆ ਪਿਆ, ਬਹੁਤ ਥੱਕਿਆ ਸਾਂ। ਤੇ ਫਿਰ ਜਦੋਂ ਨਜ਼ਾਰਾ ਵੇਖਿਆ ਨਾ ਹੇਮਕੁੰਟ ਸਾਹਿਬ, ਸਾਹਮਣੇ ਹੀ ਦਰਬਾਰ ਤੇ ਨਾਲ ਸਰੋਵਰ ਜੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਕਹਿ ਰਿਹਾ ਜੀ, ਜੇ ਝੂਠ ਕਵਾਂ ਤਾਂ ਦੇਣਦਾਰ ਹੋਵਾਂਗਾ। ਇੱਕਦਮ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਦਿਆਂ, ਸਰੋਵਰ ਦੇ ਦਰਸ਼ਨ ਕਰਦਿਆਂ ਸਾਰੀ ਥਕਾਵਟ ਹੀ ਉਤਰ ਗਈ ਜੀ, ਸਾਰੀ ਜੀ। ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾ ਸਾਹਮਣੇ, ਜਾਂ ਗੁਰ ਦੇਖਾ ਸਾਹਮਣੇ। ਸੋ ਸੰਗਤਾਂ, ਤੁਸੀਂ ਸੁਣਿਆ ਕੋਈ ਉਜੈਨ ਤੋਂ ਆਇਆ, ਕੋਈ ਢਾਕੇ ਤੋਂ ਆਇਆ, ਕੋਈ ਮੁਲਤਾਨ ਤੋਂ ਆਇਆ, ਕੋਈ ਮਾਲਵੇ ਦੇ ਵਿੱਚੋਂ ਆਇਆ, ਕੋਈ ਪਟਨੇ ਚੋਂ ਆਇਆ, ਕੋਈ ਦੱਖਣ ਵਿੱਚੋਂ ਆਇਆ, ਕੋਈ ਬਲਖ ਚੋਂ ਆਇਆ, ਕੋਈ ਬੁਖਾਰੇ ਤੋਂ ਆਇਆ, ਕੋਈ ਪਹਾੜੀ ਇਲਾਕੇ ਵਿੱਚੋਂ ਆਇਆ, ਕੋਈ ਕਸ਼ਮੀਰ ਦੇ ਵਿੱਚੋਂ ਆਇਆ, ਕੋਈ ਹਿਮਾਚਲ ਵਿੱਚੋਂ ਆਇਆ, ਕੋਈ ਅਰੁਣਾਚਲ ਵਿੱਚੋਂ ਆਇਆ, ਤੇ ਕੋਈ ਸਾਧ ਸੰਗਤ ਜੀ ਮਦਰ ਦੇਸ਼ ਲਵਪੁਰ ਤੇ ਆਦ, ਕੋਈ ਪੰਜਾਬ ਸਾਰੇ ਚੋਂ ਆਇਆ ਤੇ ਕੋਈ ਲਾਹੌਰ ਚੋਂ ਆਇਆ। ਤੇ ਫਿਰ ਸਿੱਖ ਆਏ ਦੇਖੇ ਅਹਿਲਾਦ। ਜਦੋਂ ਉਹ ਸਾਰੇ ਸਿੱਖ ਆਏ, ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਸਾਰੇ ਖੁਸ਼ ਹੋ ਗਏ ਜੀ। ਸਿੱਖਾਂ ਨੇ ਸਿੱਖਾਂ ਦੇ ਦਰਸ਼ਨ ਕੀਤੇ। ਹਾਂਜੀ, ਪ੍ਰਥਮ ਗੁਰਨ ਤੇ ਮੰਜੀ ਲਹੇ। ਜਿਨ੍ਹਾਂ ਨੇ ਪਹਿਲੇ ਸਤਿਗੁਰਾਂ ਤੋਂ ਮੰਜੀਆਂ ਲਈਆਂ, ਬਖਸ਼ਿਸ਼ਾਂ ਲਈਆਂ, ਪਹੁੰਚੇ ਤੇ ਜੀਵਤ ਜੇ ਰਹੇ। ਤੇ ਜਿਹੜੇ ਜਿਹੜੇ ਜਿਉਂਦੇ ਸਨ ਉਦੋਂ,
ਭਾਈ ਭਗਤੂ ਜੀ ਦਾ ਨਾਮ ਸੁਣਿਆ, ਭਾਈ ਬਹਿਲੋ ਜੀ ਦਾ ਨਾਮ ਸੁਣਿਆ। ਇਹ ਗੁਰੂ ਅਰਜਨ ਸਾਹਿਬ ਜੀ ਦੀਆਂ ਬਖਸ਼ੀਆਂ ਰੂਹਾਂ ਨੇ। ਉਹ ਵੀ ਸਾਰੇ ਆਏ, ਸੋ ਸਭ ਆਏ ਚਿਤਵਤ ਐਸੇ। ਉਹ ਸਾਰੇ ਨਾ ਆਏ ਤੇ ਨੇ, ਪਰ ਸੋਚ ਰਹੇ ਨੇ ਆਪਣੇ ਮਨ 'ਚ। ਹਾਂਜੀ, ਗੁਰੂ ਨੇ ਕਰੇ ਇਕੱਠੇ ਕੈਸੇ। ਇੱਕਦਮ ਹੀ ਮਹਾਰਾਜ ਨੇ ਸਾਰਾ ਪੰਥ ਹੀ ਇਕੱਠਾ ਕਰ ਲਿਆ। ਜਿਵੇਂ ਆਪਾਂ ਕਹਿੰਦੇ ਨਾ ਸਰਬੱਤ ਖਾਲਸਾ ਬੁਲਾਇਆ ਮਹਾਰਾਜ ਨੇ, ਮਹਾਰਾਜ ਨੇ ਸਾਰਾ ਪੰਥ ਹੀ ਇਕੱਠਾ ਕਰ ਲਿਆ। ਭਾਈ ਕੀ ਗੱਲ ਹੈ? ਹਾਂਜੀ, ਕਿਨਹੋਂ ਕਿਉਂ ਹੋ ਨਾ ਜਾਣੀ ਬਾਤ। ਮਹਾਰਾਜ ਨੇ ਦੱਸਿਆ ਵੀ ਨਹੀਂ, ਕਾਰਨ ਵੀ ਨਹੀਂ ਦੱਸਿਆ ਵੀ ਕਿਉਂ ਆਉਣਾ। ਤੇ ਕਮਾਈ ਵਾਲੇ ਪੁਰਸ਼ ਤੇ ਜਾਣਦੇ ਆ ਵੀ ਮਹਾਰਾਜ ਨੇ ਗੁਰਤਾ ਗੱਦੀ ਦੇਣੀ ਹੈ, ਪਰ ਬਾਕੀ ਸੰਗਤਾਂ ਆਪਸ 'ਚ ਗੱਲਾਂ ਕਰਦੇ ਹਨ। ਸੁਨ ਸੁਨ ਹੁਕਮ ਪਹੁੰਚ ਅਵਦਾਤ। ਸੋ ਸਾਰੇ ਗੁਰੂ ਜੀ ਦੇ ਸਿੱਖ, ਕਮਾਈ ਵਾਲੇ, ਹੋਰ ਵੀ ਗੁਰਸਿੱਖ ਸੇਵਾ ਸਿਮਰਨ ਵਾਲੇ, ਮਹਾਰਾਜ ਜੀ ਦਾ ਹੁਕਮ ਸੁਣ ਕੇ ਜਿਵੇਂ ਸਰਬੱਤ ਖਾਲਸਾ ਇਕੱਠਾ ਹੁੰਦਾ ਹੈ ਨਾ, ਐਵੇਂ ਸੰਗਤਾਂ ਇਕੱਠੀਆਂ ਹੋ ਗਈਆਂ। ਦੇਸ਼ ਦੁਆਬਾ ਪੁਨਹ ਪੁਆਂਦ। ਦੁਆਬਾ ਦੇਸ਼, ਫਿਰ ਪੁਆਂਦ ਦਾ ਇਲਾਕਾ। ਹਾਂਜੀ, ਪੁਰ ਗ੍ਰਾਮਨ ਤੇ ਸੁਨ ਸਿੱਖ ਸਾਧ। ਪਿੰਡਾਂ ਦੇ ਵਿੱਚੋਂ ਵੀ ਇੱਕ ਦੂਜੇ ਤੋਂ ਗੱਲਾਂ ਸੁਣ ਸੁਣ ਕੇ ਆਨ ਪਹੁੰਚੇ ਸਤਿਗੁਰਪੁਰ ਮੈਂ। ਮੇਰੇ ਸਤਿਗੁਰੂ ਜੀ ਦੀ ਪੁਰੀ ਵਿੱਚ, ਸ੍ਰੀ ਕੀਰਤਪੁਰ ਸਾਹਿਬ ਵਿੱਚ ਸਾਰੀਆਂ ਸੰਗਤਾਂ ਪਹੁੰਚ ਗਈਆਂ। ਪੁਰਹਿ ਕਰਹਿ ਕਾਮਨਾ ਉਰਮੈ। ਆ ਕੇ ਜੋ ਵੀ ਕੋਈ ਫੁਰਨਾ ਬਣਾਉਂਦਾ ਹੈ, ਗੁਰੂ ਸਾਹਿਬ ਉਹਦਾ ਫੁਰਨਾ ਪੂਰਾ ਕਰ ਦਿੰਦੇ ਹਨ। ਪੁੰਨ ਸਤਿਗੁਰ ਦਾਸੀ ਸਮਝਾਈ। ਫਿਰ ਮਹਾਰਾਜ ਨੇ ਵੇਖਿਆ ਵੀ ਹੁਣ ਸਾਰੇ ਹੀ ਇਕੱਠੇ ਹੋ ਗਏ ਆ, ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਇੱਕ ਦਾਸੀ ਬੁਲਾਈ, ਸੇਵਾਦਾਰਨੀ ਆਪਣੇ ਕੋਲ ਸੱਦੀ। ਪਾਠੀ ਨੁਖਾ ਢਿਗ ਸਕਲ ਸੁਨਾਈ। ਤੇ ਆਪਣੀ ਨੌਂ ਦੇ ਕੋਲ ਭੇਜੀ ਜੀ, ਬਾਬਾ ਗੁਰਦਿੱਤਾ ਜੀ ਦੀ ਪਤਨੀ ਕੋਲ। ਉਹ ਸੇਵਾਦਾਰਨੀ ਕਰਤਾਰਪੁਰ ਸਾਹਿਬ ਭੇਜੀ। ਧੀਰ ਮਲ ਨਿਜ ਸੁਤ ਕੋ ਆਨੋ। ਉਹਨੂੰ ਕਿਹਾ ਵੀ ਸਾਡੀ ਨੌਂ ਨੂੰ ਸੁਣਾ ਦੇ ਦੇ ਸਾਡਾ, ਕਿ ਆਪਣੇ ਪੁੱਤ ਧੀਰ ਮਲ ਨੂੰ ਕੀਰਤਪੁਰ ਸਾਹਿਬ ਲੈ ਕੇ ਆਵੇ। ਇਹ ਵੀ ਮਹਾਰਾਜ ਦੀ ਲੰਮੀ ਸੋਚ ਹੈ ਵੀ ਕੱਲ ਨੂੰ ਕੋਈ ਇਹ ਨਾ ਕਵੇ ਵੀ ਧੀਰ ਮਲ ਪਹੁੰਚਿਆ ਨਹੀਂ ਸੀ ਤੇ ਤਾਂ ਹਰ ਰਾਏ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਵੀ ਧੀਰ ਮਲ ਨੂੰ ਜ਼ਰੂਰ ਲੈ ਕੇ ਆਉਣਾ ਹੈ। ਮਿਲਹਿ ਸਭਨ ਸੋ ਹੁਕਮ ਬਖਾਨੋ। ਇਹ ਸਮਝੋ ਵੀ ਸਾਡਾ ਹੁਕਮ ਹੀ ਹੈਗਾ। ਆਪ ਦੀ ਨੌਂ ਨੂੰ ਮਹਾਰਾਜ ਨੇ ਆਖਿਆ, ਔਰ ਉਹ ਨੌਂ ਕੋਈ ਆਮ ਨਹੀਂ ਹੈ। ਉਹ ਨੌਂ ਹੈ ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਗੁਰੂ ਹਰਿ ਰਾਏ ਸਾਹਿਬ ਜੀ ਦੀ ਮਾਤਾ ਹੈ। ਹਾਂਜੀ, ਸੁਨ ਗਮਨੀ ਤਬ ਪੁਰ ਕਰਤਾਰ। ਉਹ ਦਾਸੀ ਫਿਰ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਗਈ। ਸੁਤ ਸੋ ਜਾਏ ਮਿਲੀ ਹਿਤ ਧਾਰ। ਤੇ ਸਾਧ ਸੰਗਤ ਜੀ ਫਿਰ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਮਾਤਾ ਜੀ ਨੂੰ ਮਿਲੀ ਜੀ। ਤੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਮਾਤਾ ਜੀ ਨੂੰ ਹੁਕਮ ਸੁਣਾਇਆ ਮਹਾਰਾਜ ਦਾ। ਤੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਭਾਵ ਬਾਬੇ ਧੀਰਮਲ ਦੀ ਵੀ ਮਾਤਾ ਹੀ ਹੈ। ਉਹ ਫਿਰ ਧੀਰਮਲ ਜੀ ਨੂੰ ਜਾ ਕੇ ਕਹਿਣ ਲੱਗੇ, ਧੀਰ ਮਲ ਕੋ ਬਹੁ ਸਮਝਾਇਓ। ਬੜਾ ਸਮਝਾਇਆ, ਬਹੁਤ ਸਮਝਾਇਆ। ਅਬ ਗਮਨੋ ਤੁਝ ਗੁਰੂ ਬੁਲਾਇਓ। ਪੁੱਤਰ ਮਹਾਰਾਜ ਦਾ ਹੁਕਮ ਹੈ, ਮਹਾਰਾਜ ਨੇ ਸੱਦਿਆ ਹੈ, ਹੁਣ ਤੇ ਜਾਣਾ ਹੀ ਪੈਣਾ ਆਪਾਂ ਨੂੰ। ਸ਼੍ਰੀ ਹਰਿ ਰਾਏ ਅਨੁਜ ਹੈ ਤੇਰਾ। ਗੁਰੂ ਹਰਿ ਰਾਏ ਜੀ ਦੇ ਬਾਰੇ ਆਖਿਆ ਵੀ ਸ਼੍ਰੀ ਹਰਿ ਰਾਏ ਜੀ ਤੇਰੇ ਛੋਟੇ ਭਰਾ ਨੇ। ਤਿਸ ਪਰ ਗੁਰ ਕੋ ਰੁਖ ਬਹੁ ਤੇਰਾ। ਤੇ ਸੁਣਨ ਚ ਆਇਆ ਵੀ ਗੁਰੂ ਦੀ ਖੁਸ਼ੀ, ਸਤਿਗੁਰੂ ਜੀ ਦੀ ਖੁਸ਼ੀ ਤੇਰੇ ਛੋਟੇ ਭਰਾ ਉੱਤੇ ਹੈ। ਲਖੀ ਜਾਏ ਅਰ ਬਿਦਤੀ ਬਾਤ। ਸਮਝਿਆ ਵੀ ਜਾ ਰਿਹਾ ਹੈ ਤੇ ਲੋਕ ਆਪਸ ਚ ਗੱਲਾਂ ਵੀ ਕਰਦੇ ਆ। ਤਿਸ ਕੋ ਗੁਰਤਾ ਦੇ ਅਵਦਾਤ। ਕਿ ਮਹਾਰਾਜ ਨੇ ਗੁਰਤਾ ਗੱਦੀ ਤੇਰੇ ਛੋਟੇ ਭਰਾ ਨੂੰ ਦੇ ਦੇਣੀ ਹੋ। ਹਾਂਜੀ, ਜੇ ਤੂੰ ਜੇ ਨਿਕਟ ਰਹਿ ਅਨੁਸਾਰੀ। ਪਰ ਜੇ ਤੂੰ ਜਾਵੇਂ ਕੋਲ, ਮਾਂ ਨਾ ਤੇ ਮਾਂ ਤੂੰ ਕਰਕੇ ਗੱਲ ਕਰ ਲੈਂਦੀ ਹੈ। ਪੁੱਤ ਜੇ ਤੂੰ ਕੋਲ ਜਾਵੇਂ ਤੇ ਅਨੁਸਾਰੀ ਰਵੇਂ, ਮਹਾਰਾਜ ਦਾ ਹੁਕਮ ਮੰਨੇ। ਜੇਸ਼ਟ ਭਰਾਤ ਮਹਾਮਤ ਧਾਰੀ। ਤੇ ਤੂੰ ਵੱਡਾ ਭਰਾ ਹੈ, ਹੋ ਸਕਦਾ ਗੁਰਤਾ ਗੱਦੀ ਦੀ ਬਖਸ਼ਿਸ਼ ਤੇਰੇ ਤੇ ਹੋ ਜਾਵੇ। ਆਖੋ ਵਾਹਿਗੁਰੂ। ਵਾਹ। ਪਰ ਸਾਧ ਸੰਗਤ ਜੀ ਇਹ ਤੇ ਕੁਦਰਤੀ ਹੈ ਵੀ ਇਹ ਤੇ
ਕਿਸੇ ਬੰਦੇ ਦੀ ਥੋੜੀ ਦਾਤ ਹੈ, ਤੇ ਦਰਗਾਹ ਦੀ ਦਾਤ ਹੈ, ਦਰਗਾਹ ਚੋਂ ਹੀ ਫੈਸਲੇ ਹੁੰਦੇ ਆ। ਹਾਂਜੀ। ਮੋਟਿਗ ਅਹੈ ਗ੍ਰੰਥ ਵਡਿਆਈ। ਧੀਰਮਲ ਜੀ ਕਹਿੰਦੇ ਨਹੀਂ ਮਾਂ, ਇੰਜ ਨਹੀਂ ਹੋਣਾ, ਮੇਰੇ ਕੋਲ ਗ੍ਰੰਥ ਸਾਹਿਬ ਨੇ, ਇਹ ਵੱਡੀ ਵਡਿਆਈ ਤਾਂ ਮੇਰੇ ਕੋਲ ਹੈ। ਤਿਸੀ ਜ਼ੋਰ ਲਾਇਓ ਗੁਰਤਾ ਪਾਈ। ਮੈਂ ਗ੍ਰੰਥ ਸਾਹਿਬ ਦੀ ਵਡਿਆਈ ਦੇ ਜ਼ੋਰ ਤੇ ਗੁਰਤਾ ਗੱਦੀ ਲੈ ਲੈਣੀ ਹੈ। ਹਾਂਜੀ। ਅਹੈ ਬਡਨ ਕੀ ਵੱਡੀ ਨਿਸ਼ਾਨੀ। ਵੱਡਿਆਂ ਗੁਰੂਆਂ ਦੀ ਸਭ ਤੋਂ ਵੱਡੀ ਨਿਸ਼ਾਨੀ ਤਾਂ ਇਹ ਹਨ। ਸਿੱਖ ਸੰਗਤ ਅਸ ਕੋ ਨਹਿ ਮਾਨੀ। ਤੇ ਸੰਗਤਾਂ ਵੀ ਇਹ ਗੱਲ ਮੰਨਦੀਆਂ ਹਨ। ਇਹੋ ਜੀ ਕੋਈ ਸੰਗਤ ਨਹੀਂ ਹੈ ਜਿਹੜੀ ਇਸ ਗੱਲ ਤੋਂ ਮੁਨਕਰ ਹੋਵੇ। ਹਾਂਜੀ। ਰਹਿਓ ਪ੍ਰਥਮ ਹੀ ਪ੍ਰਿਥਕ ਇਸੀ ਤੇ। ਇਸੇ ਕਰਕੇ ਤੇ ਮੈਂ ਪਹਿਲਾਂ ਹੀ ਨਿਸ਼ਾਨੀ ਸਾਂਭ ਲਈ ਹੈ। ਸਾਧ ਸੰਗਤ ਜੀ, ਬਾਬਾ ਧੀਰਮਲ ਜੀ ਦਿਮਾਗ ਦੇ ਜ਼ੋਰ ਨਾਲ ਗੁਰਤਾ ਗੱਦੀ ਲੈਣਾ ਚਾਹੁੰਦੇ ਆ। ਚੇਤਾ ਰੱਖਿਓ, ਗੁਰੂ ਦੀ ਬਖਸ਼ਿਸ਼ ਦਿਮਾਗ ਦੇ ਜ਼ੋਰ ਨਾਲ ਨਹੀਂ ਮਿਲਦੀ, ਉਹ ਗੁਰੂ ਦੇ ਤਰਸ ਨਾਲ ਮਿਲਦੀ ਹੈ। ਹਾਂਜੀ। ਲੈ ਨਾ ਸਕੇ ਕੋ ਗ੍ਰੰਥ ਜਿਸੀ ਤੇ। ਕਹਿਣ ਲੱਗੇ ਮੇਰੇ ਤੋਂ ਕੋਈ ਗ੍ਰੰਥ ਸਾਹਿਬ ਲੈ ਵੀ ਨਹੀਂ ਸਕਦਾ, ਤੇ ਇਸ ਕਰਕੇ ਮੈਂ ਸਭ ਤੋਂ ਵੱਡਾ, ਮੇਰੇ ਤੇ ਹੁਣ ਕਿਰਪਾ ਹੋਣੀ ਹੈ, ਮੈਂ ਗੁਰਤਾ ਗੱਦੀ ਤੇ ਬਹਿ ਜਾਣਾ। ਹਾਂਜੀ। ਤੁਰਕੇਸ਼ਰ ਸੋ ਮਮ ਬਨਿਆਈ। ਫਿਰ ਬਾਦਸ਼ਾਹ ਨਾਲ ਵੀ ਮੇਰੀ ਬਣਦੀ ਹੈ। ਪੁਰ ਰਾਖਾਂ ਅਸਵਾਰ ਚੜਾਈ। ਤੇ ਨਗਰ ਦੀ ਰੱਖਿਆ ਵਾਸਤੇ ਮੈਂ ਅਸਵਾਰ ਚੜਾਏ ਆ, ਕੋਈ ਗੱਲ ਨਹੀਂ ਹੈ। ਤੇ ਮਾਂ ਨੇ ਫਿਰ ਸਮਝਾਇਆ, ਆਖੋ ਵਾਹਿਗੁਰੂ। ਵਾਹਿਗੁਰੂ। ਪੁੱਤਰ ਤੂੰ ਕੀ ਕਰ ਸਕਦਾ ਜੇ ਤੇਰੇ ਕੋਲੋਂ ਗ੍ਰੰਥ ਸਾਹਿਬ ਆ ਕੇ ਲੈ ਗਏ? ਜੇ ਗੁਰੂ ਸਾਹਿਬ ਹੀ ਆ ਗਏ ਤਾਂ ਫਿਰ ਤੂੰ ਕੀ ਕਰੇਗਾ? ਬੜੀਆਂ ਗੱਲਾਂ ਮਾਤਾ ਜੀ ਨੇ ਸਮਝਾਈਆਂ, ਤੇ ਧੀਰਮਲ ਜੀ ਵੀ ਅੜਦੇ ਗਏ ਵੀ ਮੈਂ ਇੰਜ ਕਰ ਲਾਂਗਾ, ਮੈਂ ਇੰਜ ਕਰ ਲਾਂਗਾ। ਹਾਂਜੀ। ਜਾਂ ਤੇ ਸਮਝ ਚੱਲੋ ਗੁਰ ਪਾਸ, ਆਪਣਾ ਭਲਾ ਕਰੋ ਨਿਰਜਾਸ। ਤੇ ਮਾਂ ਨੇ ਕਿਹਾ ਵੀ ਇੱਕ ਵਾਰੀ ਮੇਰੇ ਕਹਿਣ ਤੇ ਹੀ ਚੱਲ ਪਾ। ਆਖੋ ਵਾਹਿਗੁਰੂ। ਵਾਹਿਗੁਰੂ। ਮੇਰੇ ਕਹਿਣ ਤੇ ਚਲੇ ਜਾ, ਤੇਰਾ ਭਲਾ ਹੋਏਗਾ। ਤੇ ਮਾਂ ਦੀ ਗੱਲ ਫਿਰ ਬਾਬਾ ਧੀਰਮਲ ਜੀ ਮੋੜ ਨਾ ਸਕੇ ਜੀ। ਹਾਂਜੀ। ਇਮ ਸੁਨ ਕਰ ਹੋਇਓ ਤਬ ਤਿਆਰ। ਹੋਰ ਵੀ ਬੜੀਆਂ ਗੱਲਾਂ ਹੋਈਆਂ, ਤੇ ਫਿਰ ਤਿਆਰੀ ਕੀਤੀ ਜੀ ਵੀ ਚਲੋ ਜਿੱਥੇ ਹੋਰ ਵੀ ਬੜੇ ਲੋਕ ਗਏ ਆ, ਉੱਥੇ ਮੈਂ ਵੀ ਚਲੇ ਜਾਣਾ। ਹਾਂਜੀ। ਭਾਈ ਸਕਾਰ ਭਇਓ ਅਸਵਾਰ। ਤੇ ਸਾਧ ਸੰਗਤ ਜੀ ਫਿਰ ਉਹਨਾਂ ਨੇ ਧੀਰਮਲ ਹੋਣਾ ਵੀ ਤਿਆਰੀ ਕੀਤੀ ਹੈ ਕਰਤਾਰਪੁਰ ਕੀਰਤਪੁਰ ਸਾਹਿਬ ਜਾਣ ਦੀ। ਅੱਗੋਂ ਕਥਾ ਕੱਲ ਨੂੰ ਸੁਣਿਆ। ਜਪੋ ਹੁਣ ਨਾਮ ਵਾਹਿਗੁਰੂ, ਜਪ ਵਾਹਿਗੁਰੂ। ਸਾਵਧਾਨ ਹੋਵੋ, ਨੇਤਰ ਬੰਦ ਕਰਕੇ ਗੱਜ ਕੇ ਆਖੋ ਵਾਹਿਗੁਰੂ, ਜਪ ਵਾਹਿਗੁਰੂ। ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਇਆ ਹੋਇਆ ਸਫਲਾ ਕਰਨ, ਹਾਜ਼ਰੀ ਆਪਣੇ ਚਰਨਾਂ ਵਿੱਚ ਲਵਾਉਣ। ਗੁਰੂ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਆਪ ਸਮੂਹ ਸੰਗਤ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ